ਗੁਰੂ ਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਇੱਕ ਜੀਵਨ ਝਲਕ ਆਪ ਜੀ ਨੂੰ ਸਰਵਣ ਕਰਾ ਰਹੇ ਹਾਂ ਕਿ ਕਿਵੇਂ ਉਸ ਦੀ ਇੱਕ ਮੁਲਾਕਾਤ ਮੁਸਲਮਾਨ ਫਕੀਰ ਨਾਲ ਹੋਈ। ਇਸ ਵਿੱਚ ਜਿੱਥੇ ਆਪ ਜੀ ਨੂੰ ਫਕੀਰ ਨੂੰ ਸੇਧ ਦਿੱਤੀ ਕਿ ਰੱਬ ਦਾ ਪਾਣਾ ਬਹੁਤ ਆਸਾਨ ਹੈ, ਜਿਸ ਨੂੰ ਫਕੀਰ ਕਹਿ ਰਿਹਾ ਸੀ ਕਿ ਰੱਬ ਦਾ ਪਾਣਾ ਬੜਾ ਮੁਸ਼ਕਿਲ ਹੈ, ਤੇ ਆਪਣੀ ਅੰਤਰਯਾਮਤਾ ਦੁਆਰਾ ਭਾਈ ਸਾਹਿਬ ਜੀ ਨੇ ਫਕੀਰ ਨੂੰ ਉਸ ਦੀ ਪਿਛਲੀ ਗੱਲ ਵੀ ਸੁਣਾਈ। ਜਦੋਂ ਆਪਣੇ ਮੁਰਸ਼ਦ ਕੋਲ ਰਹਿੰਦਾ ਸੀ ਤੇ ਉਸ ਦੇ ਅੰਦਰ ਹਾਲੇ ਮੈਲ ਬਰਕਰਾਰ ਸੀ। ਮੁਰਸ਼ਦ ਚਾਹੁੰਦਾ ਸੀ ਕਿ ਉਹ ਕਦਮ ਦਰ ਕਦਮ ਉੱਪਰ ਚੜ੍ਹੇ, ਪਰ ਉਸ ਨੂੰ ਕਾਹਲੀ ਸੀ। ਉਹ ਇਹ ਸਮਝਦਾ ਸੀ ਕਿ ਮੈਂ ਪੂਰਨ ਹੋ ਗਿਆ ਹਾਂ, ਮੈਨੂੰ ਮੇਰਾ ਮੁਰਸ਼ਦ ਦਾਤ ਕਿਉਂ ਨਹੀਂ ਦਿੰਦਾ। ਇਸ ਲਈ ਉਹ ਆਪਣੇ ਮੁਰਸ਼ਦ ਨੂੰ ਛੱਡ ਕੇ ਚਲਾ ਜਾਂਦਾ ਹੈ ਤੇ ਆਪ ਆਪਣੇ ਚੇਲੇ ਬਾਲੇ ਬਣਾ ਲੈਂਦਾ ਹੈ। ਆਓ ਪਿਆਰ ਨਾਲ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ, ਜਿਸ ਦਾ ਸਿਰਲੇਖ ਹੈ ਆਜ ਕੁਛ ਹਮ ਵੀ ਕਹੇਂਗੇ। ਭਾਈ ਸਾਹਿਬ ਜੀ ਦਾ ਆਪਣਾ ਜੀਵਨ ਤੇ ਕਰਨੀ ਕਹਿਣੀ ਦੋਵੇਂ ਨਿਰੋਲ ਕੁੰਦਨ ਸਰੂਪ ਇੱਕੋ ਸੇਧ ਤੇ ਸੋਧੇ ਹੋਏ ਸਨ। ਜੋ ਕੁਝ ਉਹਨਾਂ ਲਿਖਿਆ ਉਹ ਕੁਝ ਆਪ ਵਰਤਿਆ। ਇਹੀ ਕਾਰਨ ਸੀ ਕਿ ਆਪ ਦੀ ਕਥਨੀ ਵਿੱਚ ਕਹਿਰ ਦੀ ਸ਼ਕਤੀ ਸੀ ਤੇ ਉਹ ਸ਼ਕਤੀ ਉਹਨਾਂ ਦੀ ਲਿਖਤ ਵਿੱਚ ਵੀ ਭਰੀ ਹੋਈ ਹੈ। ਹਾਂ, ਭਾਈ ਸਾਹਿਬ ਜੀ ਦਾ ਜੀਵਨ ਆਤਮਕ ਸਾਇੰਸ ਦੇ ਮਾਹਰ ਇੱਕ ਚੋਟੀ ਦੀ ਪੱਧਰ ਦੇ ਆਤਮਕ ਡਾਕਟਰ ਦਾ ਜੀਵਨ ਸੀ। ਛੋਟੀ ਅਵਸਥਾ ਤੋਂ ਗੁਰੂ ਮਿਹਰ ਹੇਠ ਆਪ ਆਤਮਕ ਔਹਰਾਂ ਤੇ ਮੁਆਲਜ ਹੋ ਚੁੱਕੇ ਸਨ ਤੇ ਤਦੋਂ ਤੋਂ ਹੀ ਆਤਮਕ ਰੋਗੀਆਂ ਨੂੰ ਉਹਨਾਂ ਨੇ ਅਰੋਗ ਕਰਕੇ ਆਤਮਕ ਜੀਵਨ ਦੇ ਸੱਚੇ ਮਾਰਗ ਤੇ ਟੋਰਨਾ ਸ਼ੁਰੂ ਕਰ ਦਿੱਤਾ ਸੀ। ਆਪ ਨੂੰ ਹਰ ਮਤ ਦੇ ਸਾਧੂ, ਸੰਤ, ਪੰਡਤ, ਫਕੀਰ ਮਿਲਦੇ ਰਹੇ, ਜਿਨ੍ਹਾਂ ਵਿੱਚੋਂ ਕੁਝ ਦਾ ਜ਼ਿਕਰ ਪਹਿਲੇ ਆ ਚੁੱਕਾ ਹੈ। ਕਈ ਤਾਂ ਆਪਣਾ ਪ੍ਰਭਾਵ ਆਪ ਤੇ ਪਾ ਕੇ ਆਪ ਨੂੰ ਚੇਲਾ ਬਣਾਉਣ ਲਈ ਵੀ ਆਉਂਦੇ ਰਹੇ, ਪਰ ਅੰਤ ਸਭੇ ਆਪ ਤੋਂ ਪ੍ਰਭਾਵਿਤ ਹੋ ਕੇ ਆਪ ਦੀਆਂ ਔਹਰਾਂ ਦਾ ਇਲਾਜ ਕਰਾ ਕੇ ਜਾਂਦੇ ਰਹੇ। ਆਪ ਉਹਨਾਂ ਨੂੰ ਗੁਰਮਤ ਦਾ, ਗੁਰਸਿੱਖੀ ਦਾ, ਸੱਚੀ ਫਕੀਰੀ, ਸੱਚੀ ਪੰਡਤਾਈ ਦਾ ਚਾਨਣ ਦਿੰਦੇ ਤੇ ਉਹਨਾਂ ਨੂੰ ਉਹਨਾਂ ਦੇ ਆਪਣੇ ਧਰਮ ਦੇ ਅਕੀਦਿਆਂ ਤੋਂ ਬਿਨਾਂ ਉਖੇੜੇ ਸਚਿਆਰ ਮਾਰਗ ਦੇ ਪਾਂਦੀ ਬਣਾ ਦਿੰਦੇ ਰਹੇ। ਸ੍ਰੀ ਗੁਰੂ ਨਾਨਕ ਜੀ ਦਾ ਇਹੀ ਮਿਸ਼ਨ ਸੀ, ਜਿਸ ਪਰ ਆਪ ਜੀ ਨੇ ਬੜੀ ਸਾਵਧਾਨੀ ਨਾਲ ਪਹਿਰਾ ਦਿੱਤਾ ਤੇ ਨਿਰਮਾਣ ਤੇ ਅਣਥਕ ਹੋ ਕੇ ਪ੍ਰਚਾਰ ਸੇਵਾ ਕੀਤੀ ਤੇ ਗੁਰੂ ਸੇਵਾ ਵਿੱਚ ਜੀਵਨ ਖਰਚ ਕਰ ਦਿੱਤਾ। ਇੱਕ ਵਾਰ ਇੱਕ ਮੁਸਲਮਾਨ ਫਕੀਰ ਆਪ ਦੇ ਪ੍ਰੈਸ ਦੇ ਗੁਆਂਢ ਦੀ ਮਸੀਤ ਵਿੱਚ ਬਾਹਰੋਂ ਆਇਆ। ਦੱਸਦੇ ਹਨ ਕਿ ਉਹ ਕੋਈ ਨਾਮਣੇ ਵਾਲਾ ਤੇ ਮੁਸਲਮਾਨਾਂ ਵਿੱਚ ਚੰਗੀ ਮਹਿਮਾ ਦੀ ਪ੍ਰਸਿੱਧੀ ਵਾਲਾ ਸੀ। ਕਿਸੇ ਮੁਸਲਮਾਨ ਮਿੱਤਰ ਨੇ ਉਸ ਦੀ ਪ੍ਰਸ਼ੰਸਾ ਕਰਦਿਆਂ ਪ੍ਰੇਰਨਾ ਕੀਤੀ ਕਿ ਚਲੋ ਮਸੀਤੇ ਮਿਲ ਆਈਏ। ਆਪ ਉੱਠੇ, ਪਰ ਉੱਠ ਕੇ ਫਿਰ ਬੈਠ ਗਏ। ਮਿੱਤਰ ਨੇ ਪੁੱਛਿਆ, ਕਿਉਂ ਨਹੀਂ ਸਲਾਹ? ਕਹਿਣ ਲੱਗੇ, ਅਜੇ ਚਿੱਤ ਆਪ ਦੀ ਸਲਾਹ ਲਈ ਤਿਆਰ ਨਹੀਂ ਹੋਇਆ। ਅਗਲੇ ਦਿਨ ਉਹ ਫਕੀਰ ਖਬਰੇ ਉਸੇ ਮਿੱਤਰ ਦੇ ਕਹਿਣ ਤੇ ਆਪ ਦੇ ਪਾਸ ਮਿਲਣ ਲਈ ਪ੍ਰੈਸ ਵਿੱਚ ਚਲਾ ਆਇਆ। ਗੱਲਾਂ ਬਾਤਾਂ ਵਿੱਚ ਉਸ ਨੂੰ ਆਪ ਨੇ ਸੱਚੀ ਫਕੀਰੀ ਦੇ ਨੁਕਤੇ ਦੱਸੇ ਤੇ ਉਸ ਨੂੰ ਆਪਣੇ ਅੰਦਰ ਝਾਤੀ ਮਾਰਨ ਦੀ ਪ੍ਰੇਰਨਾ ਕੀਤੀ। ਉਹ ਮੁਤਾਸਰ ਵੀ ਹੋਇਆ ਤੇ ਸ਼ਰਮਿੰਦਾ ਵੀ। ਸੱਚ ਲੁਕਾ ਨਾ ਸਕਿਆ ਤੇ ਸੱਚੋ ਸੱਚ ਕਹਿ ਦਿੱਤੋ ਸੋ ਕਿ ਜੋ ਕੁਝ ਆਪ ਨੇ ਦੱਸਿਆ ਹੈ ਠੀਕ ਅਮਲੀ ਫਕੀਰੀ ਉਹ ਹੈ, ਪਰ ਮੈਂ ਇਕਰਾਰ ਕਰਦਾ ਹਾਂ ਕਿ ਉਹ ਅਮਲੀ ਫਕੀਰੀ ਮੇਰੇ ਪੱਲੇ ਨਹੀਂ। ਵਿਦਿਆ ਦੀ ਚਤੁਰਤਾ ਨਾਲ ਲੋਕਾਂ ਨੂੰ ਪ੍ਰਭਾਵਿਤ ਕਰਕੇ ਜੀਵਨ ਟੋਰਨ ਦਾ ਸਿਲਸਿਲਾ ਬਣਾ ਲਿਆ ਹੋਇਆ ਹੈ। ਤਾਂ ਆਪ ਨੇ ਦੱਸਿਆ ਕਿ ਫਕੀਰ ਬਣਨਾ ਹੋਵੇ ਤਾਂ ਸੱਚਾ ਫਕੀਰ ਬਣੋ, ਜਿਸ ਤੋਂ ਆਪਣੀ ਆਤਮਾ ਨੂੰ ਵੀ ਲਾਭ ਹੋਵੇ ਤੇ ਹੋਰਨਾਂ ਨੂੰ ਵੀ ਸੱਚੀ ਰਹਿਨੁਮਾਈ ਮਿਲੇ। ਨਹੀਂ ਤਾਂ ਟੋਕਰੀ ਢੋ ਕੇ 10 ਨੌਆਂ ਦੀ ਕਿਰਤ ਨਾਲ ਰੁੱਖੀ ਰੋਟੀ ਖਾ ਲੈਣੀ ਪਖੰਡ ਦੀ ਫਕੀਰੀ ਦੇ ਮਾਲ ਪੂੜਿਆਂ ਨਾਲੋਂ 1000 ਦਰਜੇ ਬਿਹਤਰ ਹੈ। ਆਪ ਦੀ ਕਥਨੀ ਐਸੀ ਪ੍ਰਭਾਵ ਭਰੀ ਸੀ ਕਿ ਉਹ ਫਕੀਰ ਅਖੌਤੀ ਫਕੀਰੀ ਛੱਡ ਕੇ 10 ਨੌਆਂ ਦੀ ਕਿਰਤ ਕਰਨ ਲਈ ਤਿਆਰ ਹੋ ਗਿਆ। ਉਰਦੂ ਦਾ ਦਸਤਖਤ ਉਸਦਾ ਬੜਾ ਸੁੰਦਰ ਸੀ, ਸੋ ਆਪ ਜੀ ਨੇ ਉਸ ਨੂੰ ਆਪਣੇ ਪ੍ਰੈਸ ਵਿੱਚ ਕਿਤਾਬਤ ਦੇ ਕੰਮ ਤੇ ਲਾ ਲਿਆ। ਇਸੇ ਤਰ੍ਹਾਂ ਇੱਕ ਹੋਰ ਮੁਸਲਮਾਨ ਫਕੀਰ ਨਾਲ ਮੇਲ ਦੀ ਵਿਥਿਆ ਸੁਣੀ ਹੈ। ਸਨ 1916 ਤੋਂ ਕੁਝ ਪਹਿਲੋਂ ਦੀ ਗੱਲ ਹੈ ਕਿ ਸਤਿਕਾਰਯੋਗ ਭਾਈ ਸਾਹਿਬ ਜੀ ਨੂੰ ਇੱਕ ਰਾਤ ਸੁਪਨਾ ਆਇਆ। ਕਿਸੇ ਮੁਸਲਮਾਨ ਫਕੀਰ ਦੀ ਆਪ ਨੇ ਲੋਕਾਂ ਤੋਂ ਬੜੀ ਮਹਿਮਾ ਸੁਣੀ। ਚੂੰਕਿ ਆਪ ਜੀ ਮੁੜ ਤੋਂ ਹੀ ਸਾਧਾਂ, ਸੰਤਾਂ ਤੇ ਪੀਰਾਂ ਫਕੀਰਾਂ ਦੇ ਮੇਲੀ ਸਨ,
ਸੁਪਨੇ ਵਿੱਚ ਉਸ ਮਹਿਮਾ ਵਾਲੇ ਫਕੀਰ ਨੂੰ ਮਿਲਣ ਤੁਰ ਪਏ। ਨੇੜੇ ਪੁੱਜੇ ਤਾਂ ਤੱਕਿਆ ਕਿ ਫਕੀਰ ਉੱਚੇ ਥਾਂ ਗੱਦੀ ਲਾਈ ਬੈਠਾ ਹੈ। ਅੱਗੇ ਮੁਰੀਦਾਂ ਦੀ ਭੀੜ ਲੱਗੀ ਹੋਈ ਹੈ। ਜਿੰਨੀ ਮਹਿਮਾ ਲੋਕੀ ਕਰਦੇ ਸੁਣੇ ਸਨ, ਉਤਨਾ ਚੰਗਾ ਪ੍ਰਭਾਵ ਉਸ ਦੀ ਸਭਾ ਵਿੱਚ ਨਾ ਤੱਕ ਕੇ ਬਿਨਾਂ ਉਸ ਨੂੰ ਕੁਝ ਕਹੇ ਸੁਣੇ ਜਾਂ ਆਦਾਬ ਕਰਨ ਦੇ ਚੁੱਪ ਕਰਕੇ ਵਾਪਸ ਤੁਰ ਆਏ। ਫਕੀਰ ਨੇ ਵਾਪਸ ਮੁੜਦਿਆਂ ਨੂੰ ਤੱਕਿਆ ਤੇ ਉੱਠ ਕੇ ਆ ਮਿਲਿਆ। ਨਾਲ ਲਿਜਾਣਾ ਚਾਹਿਆ ਪਰ ਆਪ ਨਾ ਗਏ ਤੇ ਵਾਪਸ ਆ ਗਏ। ਇਹ ਰਹੀ ਸੁਪਨੇ ਦੀ ਗੱਲ। ਇਸ ਸੁਪਨੇ ਨੂੰ 1-2 ਦਿਨ ਹੀ ਗੁਜ਼ਰੇ ਹੋ ਸਨ ਕਿ ਆਪ ਦੇ ਬਾਜ਼ਾਰ ਦੇ ਮੁਸਲਮਾਨ ਗੁਆਂਢੀ ਸੱਜਣ ਮੀਆਂ ਨੂਰਦੀਨ ਜੀ ਆਪ ਪਾਸ ਆਏ ਤੇ ਕਹਿਣ ਲੱਗੇ ਕਿ ਆਓ ਆਪ ਨੂੰ ਇੱਕ ਚੰਗੇ ਫਕੀਰ ਦੇ ਦੀਦਾਰ ਕਰਾਈਏ। ਆਪ ਸੁਣ ਕੇ ਉੱਠੇ, 2-4 ਕਦਮ ਟੁਰੇ ਪਰ ਫਿਰ ਵਾਪਸ ਆ ਕੇ ਕੁਰਸੀ ਪਰ ਬੈਠ ਗਏ। ਨੂਰਦੀਨ ਜੀ ਨੇ ਪੁੱਛਿਆ, ਕਿਉਂ ਜੀ, ਆਪ ਬੈਠ ਕਿਉਂ ਗਏ? ਆਪ ਕਹਿਣ ਲੱਗੇ, ਮੈਂ ਤਾਂ ਤੁਸਾਂ ਦੇ ਕਹਿਣ ਤੇ ਚੱਲਿਆ ਸਾਂ ਪਰ ਪੈਰ ਨਹੀਂ ਟੁਰਦੇ। ਨੂਰਦੀਨ ਨੇ ਕਿਹਾ, ਪੈਰ ਤਾਂ ਅੰਨੇ ਹਨ, ਇਹਨਾਂ ਨੂੰ ਕੀ ਪਤਾ ਕਿ ਕਿੱਧਰ ਚੱਲੇ ਹਨ? ਆਪ ਮੁਸਕਰਾ ਪਏ ਤੇ ਕਹਿਣ ਲੱਗੇ, ਅੰਨੇ ਹਨ ਤਦੇ ਹੀ ਤਾਂ ਨਹੀਂ ਟੁਰਦੇ। ਜੇ ਰਸਤਾ ਕੋਈ ਸੋਝੀ ਵਾਲਾ ਇਹਨਾਂ ਨੂੰ ਦਿਸਦਾ ਹੁੰਦਾ ਤਾਂ ਆਪੇ ਟੁਰ ਪੈਂਦੇ। ਨੂਰਦੀਨ ਬੜਾ ਹੱਸਿਆ ਤੇ ਫਿਰ ਕਹਿਣ ਲੱਗਾ, ਚੰਗਾ, ਜੇ ਇਜਾਜ਼ਤ ਦਿਓ ਤਾਂ ਫਿਰ ਉਹ ਇੱਥੇ ਆ ਜਾਣ। ਆਪ ਨੇ ਚੰਗਾ ਕਹਿ ਦਿੱਤਾ। ਥੋੜੇ ਚਿਰ ਪਿੱਛੋਂ ਇੱਕ ਫਕੀਰ ਨਾਲ ਉਸਦੇ ਕੁਝ ਮੁਰੀਦ ਆਪ ਦੇ ਕਮਰੇ ਵਿੱਚ ਆ ਦਾਖਲ ਹੋਏ। ਆਪ ਨੇ ਸਨਮਾਨ ਪੂਰਵਕ ਬਿਠਾਇਆ। ਫਕੀਰ ਨੂੰ ਗੌਰ ਨਾਲ ਤੱਕਿਆ ਤਾਂ ਉਹ ਸੂਰਤ ਸਿੰਜਾਤੀ ਜੋ ਸੁਪਨੇ ਵਿੱਚ ਡਿੱਠੀ ਸੀ। ਆਏ ਫਕੀਰ ਨੇ ਆਪਣੇ ਹਾਲਾਤ ਦੱਸਣੇ शुरू करदियां गलबात ऐं टोरी। हम यूपी में मेरठ के रहने वाले हैं। यहाँ अमृतसर आए तो ख्याल हुआ कि खुदा दोस्त संत साधु और पीरों फकीरों का न्याज हासिल करें, कुछ उनसे बातचीत करें, कुछ सुने और सुनाएं। मैंने किसी एक दोस्त से डॉक्टर साहब की तारीफ सुनी और उनके दरे दौलत पर पहुंचा, मगर पता लगा कि आप दारे फानी नाशमान संसार से रहलत फरमा चुके हैं। फिर मैंने पूछा कि कोई उनका शागिर्द रशीद हो, तो पता चला कि आप उनके साहिबजादे हैं और खुदा दोस्त हैं। फ़कीरी आपके वालिदान से आपके विरसे में आई है, आप उनके शागिर्द भी हैं और साहिबजादे भी, इसलिए मैं आपकी खिदमत में हाजिर हुआ हूँ। भाई साहब जी ने यथा योग उत्तर दिते। उस साईं फकीर ने घंटा आधा घंटा होर अपना लैक्चर दिता, अपनी तारीफ ते अपनी शक्ति आदि दे किस्से सुनाए ते फिर तुर गए। दूजे दिन फिर उसे तरह अपने मुरीदां दा एक जम कट लैके आए ते घंटा को पर अपना उपदेश रूपक लैक्चर दे के चले गए। इउं 6-7 दिन लगातार आउंदे रहे। भाई साहिब चुप करके सुनदे रहा करन, पर उत्तर कोई किसे दिन ना दिता। 8वें दिन मुरीदां नूं छोड़ के वो साईं फकीर इकल्ले ही आ गए। आपने आदर करके कुर्सी पेश की तां फकीर ने पहली गल यही की थी, मैं इतने दिन आपको कुछ सुनाता रहा हूँ, कुछ कहता रहा हूँ, पर आपने कभी कोई जवाब नहीं दिया। हाँ, आज कुछ हम भी कहेंगे, आपने उत्तर दिता। फकीर, पहले क्यों नहीं कुछ कहा? आज क्या बात है कि कुछ कहोगे? भाई साहब, इसलिए कि पहले आपके साथ आपके मुरीद होते थे और आज आप अकेले आए हैं। फकीर, मुरीदों के होने से क्या हर्ज था? भाई साहब, मैं यही ख्याल करता रहा कि आपकी पीरी मुरीदी बनी हुई है, कोई ऐसी बात ना हो जाए जिससे आपकी इस पीरी मुरीदी में फर्क आ जाए। फकीर, भला ऐसी बात क्यों कहनी चाहिए, नौबत यहाँ तक पहुँचे ही क्यों? भाई साहब, मेरा मतलब लड़ाई झगड़े से नहीं, मगर मैं झूठी खुशामद किसी की करने को तैयार नहीं और सच्ची बात किसी को अच्छी लगती नहीं, इसलिए आपके मुरीदों के सामने आपको कुछ कहा नहीं। फकीर, अच्छा ये तो हुई। आप देखो, हम इतने रोज आपके पास आते रहे, इतना कुछ सुनाया, आपने ये नहीं किया कि किसी वक्त आप भी हमारे पास आते और हमें मिलते। भाई साहब, आप मेरे पास मुझे उपदेश देने के लिए आते रहे हैं, ठीक है ना?
فقیر: ہاں ٹھیک ہے۔ بھائی صاحب: آپ نے ہنس کے کیا تو آپ ایک مالی کی مانند ہوئے جو پودوں کو پانی دے کر سرسبز کرتا ہے۔ فقیر: دریں چیشک پاؤ ایک اس وچ کی سنسا ہے۔ بھائی صاحب: تو پھر بتائیے کبھی پودا بھی مالی کے گھر جاتا ہے کہ مجھے پانی ڈالو؟ آپ دے اس نصیحت پرے ماحول نو نہ سہار کے فقیر صاحب اٹھ کھڑے ہوئے تے غصے وچ آ کے لگے کہن: ہم وہ مالی ہیں جو پیڑ کو جڑ سے اکھاڑ دیں گے، ہم وہ مالی ہیں پیڑ کا نام و نشان مٹا دیں گے۔ اتحاد غصے وچ کہندے گئے تے میسمرزم دا زور لا کے آپ نو قابو کرن دا تردد کردے رہے، پر آپ تن گرو نانک کہندے اڈول چڑھدیاں کلاں وچ بیٹھے رہے۔ فقیر ہار ہٹ کے بیٹھ گیا تاں کہن لگا: آپ کتنے گستاخ ہیں، ہماری بات کو مخول میں اڑا دیتے ہیں۔ اچھا یہ بتاؤ، رات کو ہم نے مسجد میں واز کیا تھا، آپ نے سنا تھا؟ بھائی صاحب: نہیں۔ فقیر: آپ کو ہمارا واز سننا چاہیے تھا، بہت اچھی تقریر تھی۔ بھائی صاحب جی نے پھر سچی گل کہہ دیتی: سائیں جی، آپ محض اس لیے واز کرتے ہیں کہ آپ کی علمیت کا سکہ لوگوں کے دلوں پر بیٹھے، آگے جہاں دال روٹی ملتی ہے وہاں گھی کے پراؤنٹھے ملیں۔ فقیر صاحب نے پھر وٹ کھادا تے ٹالواں اتر دیتا: نہیں نہیں، ہم تو اللہ کو پانے کی بات کہتے ہیں اور بہت اچھا کہتے ہیں، لوگ تعریف کرتے ہیں کہ ہماری تقریر بہت اچھی ہوتی ہے۔ بھائی صاحب: بس یہی وجہ ہے کہ آپ دنیا کا بھلا نہیں پر برا کر رہے ہیں۔ فقیر غصہ کھا کے: کیسے؟ بھائی صاحب: آپ بولتے ہیں اور 3 گھنٹے بولتے ہیں، محض اس لیے کہ لوگوں کو یہ معلوم ہو جائے کہ آپ بڑے عالم ہیں۔ کیا یہی مدعا ہے یا کچھ اور؟ فقیر: کچھ یہ بھی کچھ اور بھی، اللہ کے پانے کی بابت۔ بھائی صاحب: تو یہی کہتے ہوگے کہ اللہ پانا بڑا مشکل ہے۔ فقیر: ہاں، اللہ کا پانا آسان نہیں ہے۔ بھائی صاحب: تو پھر آپ نے دنیا کے لوگوں کا کیا بھلا کیا؟ البتہ آپ نے واز میں 3 گھنٹے ان لوگوں کے ضائع کر دیے۔ دنیا کو آپ کے واز سے کیا ملا؟ یہی کہ اللہ مل نہیں سکتا، سوائے اس کے کہ وہ آپ کی لفاظی اور چکنی چوپڑی تقریر کی تعریف کرتے چلے جائیں، ان کے ہاتھ کچھ نہ آیا۔ فقیر سچیاں گلاں تو کچھ جھجک گیا، اگے پیچھے دیکھیا کہ کوئی کتے ساڈی گل بات سنن والا تا نہیں ہے، تے پھر کہن لگا: تو کیا یہ درست نہیں کہ اللہ کا پانا بہت مشکل ہے؟ ہماری جیب میں تو پڑا نہیں جو ہم جھٹ سے کسی کے ہاتھ میں پکڑا دیں۔ ہم تو یہی کہہ سکتے ہیں کہ ملنا مشکل ہے۔ بھائی صاحب: اللہ کا ملنا مشکل نہیں، بڑا آسان ہے۔ فقیر: کیسے؟ ہمیں تو کوئی دکھائی نہیں دیتا جو اللہ کو آسانی سے ہمیں پکڑا دے۔ بھائی صاحب: اللہ کا پانا آسان تر اور آسان تر سے آسان تر ہے۔ فقیر: وہ کیسے؟ ہم تو بہت کچھ کہتے بھی ہیں اور کرتے بھی ہیں، مگر سچی بات ہے کہ کہنے کی بات ہے، ابھی تک پایا نہیں گیا۔ بھائی صاحب: نہیں، کہنے کی بات نہیں، اللہ مل سکتا ہے اور بڑی آسانی سے مل سکتا ہے۔ فقیر: کیسے مل سکتا ہے؟ بھائی صاحب: دیکھیے، جس شے کی انسان کی زندگی کو اشد یعنی سخت ضرورت ہے، اللہ نے وہ با افراط یعنی بھاری گنتی وچ اور جلد ملنے والی بنائی ہے۔ فقیر: کیسے؟ بھائی صاحب: انسان کو گھی اور چینی سے زیادہ ضرورت ہے روٹی کی۔ گھی چینی نہ ملے تو گزارا ہو سکتا ہے، مگر روٹی کے بغیر گزارا ہونا مشکل ہے۔ فقیر: ہاں ٹھیک ہے۔ بھائی صاحب: اس لیے گھی چینی وغیرہ سے روٹی اللہ نے ارزاں یعنی سستی بنائی ہے، درست ہے؟ روٹی سے پانی کی زیادہ ضرورت ہے۔ روٹی تو 2-4 دن نہ بھی ملے تو انسان زندہ رہ سکتا ہے، مگر پانی نہ ملے تو پران خشک ہو جاتے ہیں۔ فقیر: بجا فرمایا۔ بھائی صاحب:
پانی کے نہ ملنے سے بھی کچھ وقت گزر سکتا ہے، ہوا اگر 5 منٹ بھی نہ ملے تو بس کام تمام ہو جاتا ہے۔ دیکھو ہوا کتنی آسان مہیا کی گئی ہے۔ پانی بھی کنویں سے نکالنے کا تردد کرنا پڑتا ہے، پھر گلاس میں بھر کر لبوں سے لگانے کی زحمت اٹھانی پڑتی ہے، تب جا کر کہیں اندر جاتا ہے، مگر ہوا بغیر کسی تردد کے اندر آتی جاتی ہے اور بغیر کسی قیمت کے ملتی ہے۔ فقیر: بالکل درست ہے، مگر اللہ کیسے آسانی سے مل سکتا ہے؟ بھائی صاحب: آپ اللہ کو مانتے ہیں کہ ہے؟ فقیر: ہاں ہے۔ بھائی صاحب: کہاں ہے؟ فقیر: ہر جگہ موجود ہے۔ بھائی صاحب: کیا آپ کے جسم میں ہے؟ فقیر: ہاں ضرور ہے۔ بھائی صاحب: ہر ایک رگ ریشے میں ہے؟ فقیر: جی ہاں، ٹھیک ہے۔ بھائی صاحب: تو آپ یہ جانتے ہیں کہ اللہ اندر دل میں بھی ہے؟ فقیر: ہاں ضرور، اگر نہ ہو تو انسان جی ہی نہیں سکتا۔ بھائی صاحب: پھر اللہ جو ہر وقت انسان کے اندر ہے، جس کے ایک دم بھر بھی نہ ہونے سے انسان نہیں رہ سکتا، وہ کتنا آسان ملنے والا ہونا چاہیے؟ فقیر: ضرور ہونا چاہیے، مگر ملتا نہیں۔ بھائی صاحب: تو یہ ہماری غلطی ہے کہ جو شے ہمارے اندر ہے ہم اس کو اپنی گرفت پکڑ میں نہیں لیتے۔ فقیر: ہماری غلطی کہاں ہے؟ گرفت میں ہم کیسے لیں؟ بھائی صاحب: اس کی یاد سے، ہر وقت یہی یاد رکھنے سے کہ اللہ ہے اور میرے اندر ہے۔ فقیر: کہتے تو سبھی یہی ہیں، مرشد بھی یہی کہتے تھے، مگر یاد کا کیا فائدہ؟ یاد رکھ لیا کہ اللہ ہے، اندر ہے، اس سے اللہ کیسے ملا؟ بھائی صاحب: سنیے، آپ کے لیے یاد کا شاید کچھ فائدہ نہ ہو، مگر میرے لیے بڑی فائدہ مند بات ہے۔ میں پریس کا کام کرتا ہوں۔ فرض کرو کہ میرے پاس 10,000 روپیہ ہے اور اندر پیٹی میں رکھا ہوا ہے، مگر مجھے یاد نہیں رہا کہ میرے اندر روپیہ ہے۔ اسی وقت میرے پاس 10,000 کی ہنڈی آ جاتی ہے جو میں نے آج ہی ادا کرنی ہے۔ 3 بج جاتے ہیں اور روپیہ نہ ادا کرنے کی وجہ سے میں دیوالیہ قرار دے دیا جاتا ہوں۔ 10,000 اندر ہوتے ہوئے میں دیوالیہ ہو جاتا ہوں۔ اگر مجھے 15 منٹ پہلے یاد آ جاتا ہے کہ میرے پاس روپیہ ہے تو ادا کر کے دیوالیہ نہیں شاہ بنا رہتا ہوں، میری ہنڈی نہیں رکتی۔ اب بتائیے، یاد ہونے سے شاہ اور نہ یاد ہونے سے دیوالیہ یا کنگال انسان ہو جاتا ہے کہ نہیں؟ فقیر صاحب یہ گل سن کے سوچ وچ لے کے ترپ اٹھے، کہنے لگے مرشد بھی کہتے تھے، مگر سمجھ میں نہ آیا کہ افضل الذکر یعنی سمرن شرومنتا کیا ہے۔ آج سمجھ میں آیا کہ اس کے معنی کیا ہے اور اس کی اہمیت انسانی زندگی کے لیے کتنی ہے۔ پھر فقیر شروع دی گل یاد کر کے کہنے لگا، کیا یہی بات تھی جو آپ میرے مریدوں کے سامنے نہیں کہنا چاہتے تھے یا کچھ اور بھی؟ آپ نے کہا، فقیر میں ایک خامی درپیش ہو جاتی ہے جو اگر کسی میں رہ جائے تو پھر عمر بھر چین نہیں لینے دیتی۔ فقیر: وہ کیا؟ بھائی صاحب: ہمارے میں اس کو سفل کہتے ہیں۔ جس فقیر کو اپنے مرشد سے وہ سفل نہ ملے اس میں یہ کمی رہ جاتی ہے۔ مثال کے طور پر کوئی ایک اچھا فقیر ہے، اس کے پاس کوئی مرید ہے۔ فقیر مرید کے دل کو صاف کرتا ہے اور آہستہ آہستہ قدم بقدم فقیر کی زینے پر چڑھاتا ہے، مگر مرید جلدی کرتا ہے اور کہتا ہے کہ مرشد مجھے دیتا کچھ نہیں، اور اداس ہو کر واپس لوٹ جاتا ہے۔ مرشد اس کے دل کی میل کو دیکھ کر ابھی اور خدمت میں رکھنا چاہتا ہے، مگر وہ نہیں ٹھہرتا اور چلا جاتا ہے۔ تو بھلا آپ اجے کہہ ہی رہی سی کہ فقیر وچوں بول پیا، بس صاحب بس، آپ میرا قصہ مجھے نہ سنائیے، میں اپنی غلطی پر نادم یعنی لجت ہوں۔
مگر کیا کروں اب مرشد نہیں ہے، رحلت فرما چکے ہیں، مگر معلوم ہوتا ہے کہ آپ کی زبان سے میرے مرشد ہی آج بول رہے ہیں، نہیں تو یہ خفیہ قصہ ماضی یعنی گپت بیتی کہانی آپ کو کیسے معلوم ہو سکتا تھا؟ آپ کے جسم میں انہی کو آج دیکھ رہا ہوں۔ مجھے اپنے قدم دکھائیے کہ میں اپنے مرشد کی قدم بوسی کر سکوں اور آئندہ کے لیے راہ راست آپ سے پا سکوں۔ فقیر آپ نو سجدے کردہ تے متھے ٹیکدا ودا ہویا، تے پھر جے آیا تاں اکلا آیا۔ فقیری دی بوجھ چھڑ کے رب دے رستے دی رہنمائی لیندا رہیا، تے پکھنڈ دی فقیری چھڑ کے اصلی فقیری دے رستے ٹر پیا۔ فٹ نوٹ: پاٹھک گن کھما کرن کے واقعہ ایک مسلمان فقیر دا ہے جس دا گفتگو اردو وچ ہوئی، اس لیے اردو وچ ہی وارتلاب دتی گئی ہے۔ سمجھنی آسان ہے، اوکھی نہیں ہوئے گی۔ واحگرو جی کا خالصہ، واحگرو جی کی فتح۔